ਹੈਲੋ एवरीवन ਐਂਡ ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਜੀਓਗ੍ਰਾਫੀ ਨਾਲ ਰਿਲੇਟਡ ਮਲਟੀਪਲ ਚੋਇਸ ਕੁਐਸਚਨਸ ਡਿਸਕਸ ਕਰਾਂਗੇ। ਫਸਟ ਕੁਐਸਚਨ, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ। ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ ਤੁਸੀਂ ਕੁਐਸਚਨ ਪੜਨ ਤੋਂ ਪਹਿਲਾਂ। ਸੋ ਦਿਸ ਸ਼ੁੱਡ ਬੀ ਦ ਮੈਥੋਡੋਲੋਜੀ ਐਜ਼ ਅ ਸਟੈਂਡਰਡ। ਤੇ ਮੈਂ ਤੁਹਾਨੂੰ ਪਹਿਲੇ ਕੁਐਸਚਨ ਤੋਂ ਪਹਿਲਾਂ ਹੀ ਇਸ ਲਈ ਦੱਸ ਰਿਹਾ ਤਾਂ ਕਿ ਆਪਾਂ ਅੱਗੇ ਹੀ ਮੈਥੋਡੋਲੋਜੀ ਫੋਲੋ ਕਰੀਏ ਹਮੇਸ਼ਾ। ਜਦੋਂ ਵੀ ਤੁਸੀਂ ਕੋਈ ਕੁਐਸਚਨ ਪੜ੍ਹਨਾ ਸ਼ੁਰੂ ਕਰਨਾ ਹੈ, ਸਭ ਤੋਂ ਪਹਿਲਾਂ ਤੁਸੀਂ ਫਰਸਟ ਸਟੇਟਮੈਂਟ ਪੜ੍ਹਨੀ ਹੈ, ਦੈਟ ਇਜ਼ ਕੰਸੀਡਰ ਦ ਫੋਲੋਇੰਗ ਸਟੇਟਮੈਂਟਸ, ਕਿ ਇੱਥੇ ਕੋਈ ਚੇਂਜ ਤਾਂ ਨਹੀਂ ਹੈ। ਜਨਰਲੀ ਹੁੰਦਾ ਕੀ ਹੈ ਕਿ ਜਦੋਂ ਆਪਾਂ ਐਗਜ਼ਾਮ ਦੇ ਰਹੇ ਹੁੰਦੇ ਹਾਂ ਤਾਂ ਆਪਾਂ ਐਗਜ਼ਾਮ ਦੇ ਫਲੋ ਦੇ ਵਿੱਚ ਇੰਨੇ ਜ਼ਿਆਦਾ ਮਗਨ ਹੋ ਜਾਂਦੇ ਹਾਂ ਕਿ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਹਰ ਕੁਐਸਚਨ ਦੀ ਇੰਸਟਰਕਸ਼ਨ ਥੋੜੀ ਡਿਫਰੈਂਟ ਹੋ ਸਕਦੀ ਹੈ, ਜਿਹਦੇ ਕਰਕੇ ਸਹੀ ਆਨਸਰ ਆਉਣ ਦੇ ਬਾਵਜੂਦ ਆਪਾਂ ਗਲਤ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਤੁਸੀਂ ਪੜ੍ਹੋਗੇ ਕੰਸੀਡਰ ਦ ਫੋਲੋਇੰਗ ਸਟੇਟਮੈਂਟ। ਨਾਰਮਲ ਸਟੇਟਮੈਂਟ ਹੈ, ਇਹਨੂੰ ਆਪਾਂ ਅੰਡਰਲਾਈਨ ਕਰ ਲਿਆ। ਹੁਣ ਤੁਸੀਂ ਸਟੇਟਮੈਂਟਸ ਨੂੰ ਛੱਡ ਕੇ ਸਿੱਧਾ ਇੰਸਟਰਕਸ਼ਨ ਤੇ ਆਣਾ ਹੈ। ਵਿਚ ਆਫ ਦ ਸਟੇਟਮੈਂਟਸ ਗਿਵਨ ਅਬਵ ਆਰ ਕਰੈਕਟ। ਇਹਨੂੰ ਤੁਸੀਂ ਰਾਉਂਡ ਕਰਨਾ ਹੈ। ਆਲਵੇਜ਼ ਡੂ ਦਿਸ, ਆਲਵੇਜ਼। ਤੁਹਾਨੂੰ ਨਹੀਂ ਪਤਾ ਕਿ ਤੁਸੀਂ ਇਦਾਂ ਦੇ 4-5 ਕੁਐਸਚਨ ਦਾ ਆਨਸਰ ਕਰਤੇ, ਉਸ ਤੋਂ ਬਾਅਦ 6th ਕੁਐਸਚਨ ਦੇ ਵਿੱਚ ਇੱਥੇ ਕਰੈਕਟ ਦੀ ਜਗ੍ਹਾ ਇਨਕਰੈਕਟ ਲਿਖਿਆ ਹੋਏ। ਉਸ ਤੋਂ ਬਾਅਦ ਹੋਏਗਾ ਇਹ ਕਿ ਤੁਹਾਨੂੰ ਸਟੇਟਮੈਂਟ ਪਤਾ ਹੈ ਕਿ ਕਿਹੜੀਆਂ ਸਹੀ ਹੈ ਕਿਹੜੀਆਂ ਗਲਤ ਹੈ, ਬਟ ਸਟਿਲ ਤੁਸੀਂ ਆਪਸ਼ਨ ਕੋਈ ਹੋਰ ਮਾਰਕ ਕਰ ਦੋਗੇ। ਸੋ ਆਲਵੇਜ਼ ਡੂ ਦਿਸ ਐਕਸਰਸਾਈਜ਼ ਫਸਟ। ਪਹਿਲੇ ਜਿਹੜੇ 5 ਤੋਂ 10 ਸੈਕਿੰਡ ਨੇ ਤੁਹਾਡੇ ਕੁਐਸਚਨ ਦੇ, ਉਹ ਇਹ ਦੋ ਚੀਜ਼ਾਂ ਤੇ ਜਾਣੇ ਚਾਹੀਦੇ ਆ। ਸਭ ਤੋਂ ਪਹਿਲਾਂ ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਐਂਡ ਵਿਚ ਆਫ ਦ ਸਟੇਟਮੈਂਟਸ ਆਰ ਕਰੈਕਟ। ਤੇ ਵਿਚ ਆਲਸੋ ਇਜ਼ ਇੰਪੋਰਟੈਂਟ। ਵਿਚ ਕਿਉਂ ਇੰਪੋਰਟੈਂਟ ਹੈ? ਕਿਉਂਕਿ ਕਈ ਜਗ੍ਹਾ ਹੁਣ ਹਾਊ ਮੈਨੀ ਆਣਾ ਸ਼ੁਰੂ ਹੋ ਗਿਆ। ਹਾਊ ਮੈਨੀ ਆਫ ਦ ਸਟੇਟਮੈਂਟਸ ਆਰ ਕਰੈਕਟ। ਹੁਣ ਮੰਨ ਲਓ ਇੱਥੇ ਹਾਊ ਮੈਨੀ ਹੁੰਦਾ ਤਾਂ ਹਾਊ ਮੈਨੀ ਦੇ ਵਿੱਚ 1 ਓਨਲੀ 2 ਓਨਲੀ ਦਾ ਕੋਈ ਹੋਰ ਮਤਲਬ ਬਣਦਾ ਹੈ। 2 ਓਨਲੀ ਦਾ ਮਤਲਬ, ਹਾਊ ਮੈਨੀ ਦੇ ਵਿੱਚ 2 ਓਨਲੀ ਦਾ ਮਤਲਬ ਬਣਦਾ ਹੈ ਕਿ ਦੋ ਸਟੇਟਮੈਂਟ ਸਹੀ ਨੇ, ਜਦੋਂ ਕਿ ਵਿਚ ਦੇ ਵਿੱਚ 2 ਓਨਲੀ ਦਾ ਮਤਲਬ ਬਣਦਾ ਸਿਰਫ ਸੈਕਿੰਡ ਵਾਲੀ। ਇੰਨਾ ਫਰਕ ਹੋ ਸਕਦਾ ਹੈ ਇਹਨਾਂ ਚੀਜ਼ਾਂ ਦੇ ਵਿੱਚ। ਤਾਂ ਇਹ 2-3 ਚੀਜ਼ਾਂ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ। ਹਰ ਕੁਐਸਚਨ ਦੇ ਪਹਿਲੇ 10 ਸੈਕਿੰਡ ਤੁਹਾਡੇ ਇਸੇ ਚੀਜ਼ ਦੇ ਵਿੱਚ ਜਾਣੇ ਚਾਹੀਦੇ ਹਨ, ਵਿਚ ਇਜ਼ ਐਬਸੋਲੂਟਲੀ ਵਰਥ ਇਟ। ਹੁਣ ਆਪਾਂ ਸਟੇਟਮੈਂਟਸ ਪੜਾਂਗੇ ਤੇ ਸਟੇਟਮੈਂਟ ਜਦੋਂ ਤੁਸੀਂ ਪੜ੍ਹਨੀ ਹੈ, ਜਿਹੜੀ ਸਟੇਟਮੈਂਟ ਦੇ ਬਾਰੇ ਤੁਸੀਂ ਸ਼ੋਰ ਹੋ ਕਿ ਇਹ ਸਹੀ ਹੈ ਜਾਂ ਪੱਕਾ ਗਲਤ ਹੈ, ਉਹਦੇ ਅੱਗੇ ਤੁਸੀਂ ਟਿਕ ਮਾਰਕ ਜਾਂ ਕ੍ਰਾਸ ਜ਼ਰੂਰ ਲਗਾਣਾ ਹੈ। ਸਿਰਫ ਪੜ੍ਹ ਕੇ ਅੱਗੇ ਨਹੀਂ ਵਧਣਾ, ਉਹ ਸਟੇਟਮੈਂਟ ਨੂੰ ਉੱਥੇ ਹੀ ਕੰਕਲੂਡ ਕਰ ਦੇਣਾ। ਸੋ ਯੂ ਸ਼ੁੱਡ ਹੈਵ 3 ਸਾਈਨਸ ਦੈਟ ਯੂ ਆਰ ਗੋਇੰਗ ਟੂ ਡੂ ਔਨ ਐਵਰੀ ਸਟੇਟਮੈਂਟ। ਜਾਂ ਤਾਂ ਤੁਸੀਂ ਉਹਨੂੰ ਟਿਕ ਕਰੋਗੇ, ਜਾਂ ਉਹਨੂੰ ਕ੍ਰਾਸ ਕਰੋਗੇ, ਜਾਂ ਲੈਟਸ ਸੇ ਰਾਉਂਡ ਕਰ ਦੋਗੇ ਕਿ ਮੈਂ ਸ਼ੋਰ ਨਹੀਂ ਹਾਂ ਸਟੇਟਮੈਂਟ ਬਾਰੇ ਕਿ ਇਹ ਸਹੀ ਹੈ ਜਾਂ ਗਲਤ। then you come to the options. Always have this methodology ताकि एग्जाम ਦੇ ਵਿੱਚ ਬੈਠ ਕੇ ਤੁਹਾਨੂੰ ਇਹ ਡਿਸੀਜਨ ਨਾ ਲੈਣੇ ਪੈਣ। You should have these decisions beforehand. Okay, let's start. ਹੁਣ ਇਹੀ ਮੈਥੋਡੋਲੋਜੀ ਆਪਾਂ ਹਮੇਸ਼ਾ ਫੋਲੋ ਕਰਾਂਗੇ। Let's now start. Consider the following statements. Which of the statements are correct ਪੁੱਛਿਆ ਹੈ। If you travel from Amritsar to Jalandhar. Okay, so this question is on the geography of Punjab. ਜੇ ਤੁਸੀਂ ਅੰਮ੍ਰਿਤਸਰ ਤੋਂ ਜਲੰਧਰ ਟਰੈਵਲ ਕਰ ਰਹੇ ਹੋ, ਲੈਟ ਅਸ ਸੇ ਰਫਲੀ ਆਪਾਂ ਇਹ ਇੱਕ ਮੈਪ ਬਣਾ ਲੈਂਦੇ ਹਾਂ ਪੰਜਾਬ ਦਾ। ਠੀਕ ਹੈ ਜੀ, ਜਿਹਦੇ ਵਿੱਚ ਇਹ ਜਿਹੜਾ ਮਾਝਾ ਰੀਜਨ ਹੈ, ਇਹ ਜਿਹੜਾ ਹੈ ਉਹ ਮਾਲਵਾ ਰੀਜਨ ਹੈ। ਮਾਲਵਾ, ਮਾਝਾ, ਦੁਆਬਾ ਤਿੰਨੋਂ ਆਪਾਂ ਡਰਾ ਕਰ ਲਏ। ਇਫ ਯੂ ਟਰੈਵਲ ਫਰਮ ਅੰਮ੍ਰਿਤਸਰ ਟੂ ਜਲੰਧਰ ਤਾਂ ਰਫਲੀ ਅੰਮ੍ਰਿਤਸਰ ਇੱਥੇ ਹੈ ਤੇ ਜਲੰਧਰ ਇੱਥੇ ਹੈ। ਇਫ ਯੂ ਟਰੈਵਲ ਫਰਮ ਅੰਮ੍ਰਿਤਸਰ ਟੂ ਜਲੰਧਰ, you are moving generally in a southeast direction. नॉर्थ है, ईस्ट है, साउथ है, वेस्ट है। यू आर मूविंग इन अ साउथ ईस्टर्न डायरेक्शन। बिल्कुल ठीक है जी, साउथ ईस्टर्न डायरेक्शन ਦੇ ਵਿੱਚ मूव कर रहे हो। पासिंग थ्रू द मालवा रीजन इनटू द पासिंग थ्रू द माझा रीजन इनटू द ਦੁਆਬਾ रीजन। ਇਹ ਹੈਗਾ माझा रीजन, ਇਹ ਹੈਗਾ ਦੁਆਬਾ रीजन। ਸਾਊਥ ਈਸਟ मूव कर रहे हैं ਤਾਂ ਇਹ ਕਰੈਕਟ ਸਟੇਟਮੈਂਟ ਹੈ। ਹੁਣ ਇੱਥੇ ਆਪਾਂ ਟਿਕ ਕਰਤਾ ਬਿਕੋਜ਼ ਆਈ ਐਮ श्योर ਕਿ ਇਹ ਸਟੇਟਮੈਂਟ ਕਰੈਕਟ ਹੈ। इफ यू ट्रैवल फ्रॉम बठिंडा टू फिरोजपुर, ਹੁਣ ਬਠਿੰਡਾ ਜਿਹੜਾ ਹੈ इट इज रफली here, ट्रैवलिंग फ्रॉम बठिंडा टू फिरोजपुर। फिरोजपुर है ਇੱਥੇ, this is बठिंडा, this is फिरोजपुर। you are heading generally in the north east direction। north east direction ਤਾਂ ਇਹ ਹੋ ਗਈ। you are traveling actually in the north west direction। ਤਾਂ north east ਜਿਹੜਾ word ਹੈ ਇਹ गलत हो गया। एक्चुअली पूरी स्टेटमेंट ही गलत हो गई ਇਹਦੇ ਨਾਲ। मूविंग फ्रॉम द मालवा रीजन टूवर्ड्स द बॉर्डर विद पाकिस्तान, ਇਹ ਵਾਲਾ ਪਾਰਟ ਜਿਹੜਾ ਸਟੇਟਮੈਂਟ ਦਾ ਇਹ ਕਰੈਕਟ ਹੈ। ਯੂ ਆਰ ਐਕਚੁਅਲੀ ਮੂਵਿੰਗ ਮਾਲਵਾ ਰੀਜਨ ਤੋਂ ਟੂवर्ड्स ਬਾਰਡਰ, ਯੈਸ, ਬਟ ਨਾਰਥ ਈਸਟ ਚ ਨਹੀਂ ਮੂਵ ਕਰ ਰਹੇ ਸੀ, ਤਾਂ ਇਹ ਸਟੇਟਮੈਂਟ ਗਲਤ ਹੋ ਗਈ। ਪਹਿਲੀ ਸਟੇਟਮੈਂਟ ਸਹੀ, ਦੂਜੀ ਗਲਤ। तो which of the statements are correct? One only, A ਆਨਸਰ ਹੋ ਜਾਏਗਾ ਇਹਦਾ, ਰਾਈਟ। the answer is A। ਹਮੇਸ਼ਾ ਇਹ ਆਪਾਂ ਨੂੰ ਇੱਥੇ ਕਰਨ ਲਈ ਬਹੁਤ ਟਾਈਮ ਲੱਗਿਆ, ਬਟ ਦਿਸ ਇਜ਼ ਜਸਟ ਟੂ ਮੇਕ ਯੂ ਅੰਡਰਸਟੈਂਡ। ਤੁਹਾਨੂੰ ਪੰਜਾਬ ਦਾ ਪੋਲੀਟੀਕਲ ਮੈਪ ਇੰਨਾ ਚੰਗੀ ਤਰ੍ਹਾਂ ਯਾਦ ਹੋਣਾ ਚਾਹੀਦਾ ਹੈ
कि ਤੁਹਾਨੂੰ ਪਤਾ ਹੋਏ ਕਿ ਮੈਂ ਇਸ ਜਗ੍ਹਾ ਤੋਂ ਇਸ ਜਗ੍ਹਾ ਜਾਣਾ ਤਾਂ ਮੈਂ ਕਿਹੜੇ-ਕਿਹੜੇ ਡਿਸਟ੍ਰਿਕਟਸ ਤੋਂ ਹੋ ਕੇ ਜਾਊਂਗਾ, ਰਾਈਟ? ਆਲਵੇਜ਼ ਹੈਵ ਦੈਟ ਇਨ ਮਾਈਂਡ, ਠੀਕ ਹੈ ਜੀ। ਸੋ ਅੰਮ੍ਰਿਤਸਰ ਤੋਂ ਜਲੰਧਰ ਜਾਣਾ ਤੁਸੀਂ, ਸਾਊਥ ਈਸਟਰਨ ਡਾਇਰੈਕਸ਼ਨ ਦੇ ਵਿੱਚ ਜਾਣਾ ਹੈ। ਬਠਿੰਡੇ ਤੋਂ ਫਿਰੋਜ਼ਪੁਰ ਜਾਣਾ ਤੁਸੀਂ, ਨਾਰਥ ਵੈਸਟਰਨ ਡਾਇਰੈਕਸ਼ਨ ਦੇ ਵਿੱਚ ਜਾਣਾ ਹੈ, ਨਾਰਥ ਈਸਟ ਦੇ ਵਿੱਚ ਨਹੀਂ ਜਾਣਾ। ਆਲਵੇਜ਼ ਰਿਮੈਂਬਰ दैट। Second question, consider the following statements about the boundaries of districts in Punjab. How many, देखो how many instruction change होगी, are correct, ठीक है जी। Pathankot district does not share its international border with Pakistan. Let's see. Pathankot district does not share its international border with Pakistan. Pathankot district पाकिस्तान ਦੇ ਨਾਲ ਬਾਉਂਡਰੀ ਸ਼ੇਅਰ ਕਰਦਾ ਹੈ, ਤਾਂ ਪਹਿਲੀ ਸਟੇਟਮੈਂਟ ਗਲਤ ਹੋ ਜਾਏਗੀ। Barnala is entirely landlocked and does not share a boundary with any other Indian state or UT. Barnala totally landlocked है जी, बिल्कुल सही स्टेटमेंट है, Barnala totally landlocked है। Fazilka district shares its boundary with both Rajasthan and Pakistan. Fazilka पाकिस्तान नाल भी शेयर करता है, राजस्थान नाल भी शेयर करता है, एब्सोल्युटली करेक्ट स्टेटमेंट। गुरदासपुर इज द ओनली डिस्ट्रिक्ट, ओनली बड़ा कीवर्ड है इत्थे, गुरदासपुर is the only district that touches both Pakistan and Himachal Pradesh. ਗੁਰਦਾਸਪੁਰ ਬਾਰਡਰ ਡਿਸਟ੍ਰਿਕਟ ਜਿਹੜਾ ਹੈ ਇਹ ਹਿਮਾਚਲ ਨੂੰ ਟੱਚ ਨਹੀਂ ਕਰਦਾ। ਇਹ ਵਾਲਾ ਜਿਹੜਾ ਆਪਾਂ ਨੂੰ ਇੱਥੇ ਬਾਰਡਰ ਨਜ਼ਰ ਆ ਰਿਹਾ ਹੈ, ਸੋ ਗੁਰਦਾਸਪੁਰ, ਦਿਸ ਇਜ਼ ਗੁਰਦਾਸਪੁਰ। ਤਾਂ ਸਟੇਟਮੈਂਟ ਕਹਿ ਰਹੀ ਹੈ ਕਿ ਇਹ ਇਕਲੌਤਾ ਐਸਾ ਜ਼ਿਲ੍ਹਾ ਹੈ ਜੋ ਹਿਮਾਚਲ ਤੇ ਪਾਕਿਸਤਾਨ ਦੋਨਾਂ ਨੂੰ ਟੱਚ ਕਰਦਾ। ਪਹਿਲੀ ਗੱਲ ਤਾਂ ਇਹ ਹਿਮਾਚਲ ਨੂੰ ਟੱਚ ਨਹੀਂ ਕਰਦਾ, ਪਾਕਿਸਤਾਨ ਨੂੰ ਇਹ ਟੱਚ ਕਰਦਾ। ਦੂਜੀ ਗੱਲ, ਇੱਥੇ ਜੇ ਆਪਾਂ ਗੁਰਦਾਸਪੁਰ ਦੀ ਜਗ੍ਹਾ ਪਠਾਨਕੋਟ ਲਿਖ ਦਿੰਦੇ ਤਾਂ ਉਹ ਸਟੇਟਮੈਂਟ ਸਹੀ ਹੋ ਜਾਂਦੀ, ਬਿਕੋਜ਼ ਪਠਾਨਕੋਟ ਇਜ਼ ਦੀ ਓਨਲੀ ਡਿਸਟ੍ਰਿਕਟ ਆਫ ਪੰਜਾਬ ਜੋ ਪਾਕਿਸਤਾਨ ਨਾਲ ਵੀ ਬਾਉਂਡਰੀ ਟੱਚ ਕਰਦਾ ਹੈ ਤੇ ਹਿਮਾਚਲ ਦੇ ਨਾਲ, ਯਾਨੀ ਕਿ ਇਹ ਸਟੇਟਮੈਂਟ ਹੋ ਗਈ ਗਲਤ। ਤਾਂ ਇੱਥੇ ਪੁੱਛਿਆ ਹੈ ਹਾਊ ਮੈਨੀ ਸਟੇਟਮੈਂਟਸ ਆਰ ਕਰੈਕਟ, ਤਾਂ 2 ਕਰੈਕਟ ਨੇ, 2 ਇਨਕਰੈਕਟ, ਓਨਲੀ 2 ਬਿਕਮਸ ਦੀ ਆਂਸਰ। ਇੰਨਾ ਕਲੀਅਰ ਤੁਹਾਨੂੰ ਮੈਪ ਪੰਜਾਬ ਦਾ ਹੋਣਾ ਚਾਹੀਦਾ ਹੈ। Consider the following statements about Satluj River. Which of the statements are correct? Satluj बारे ना किहड़ी statements correct ने? The Satluj originates from Lake Mansarovar in Tibet. तिब्बत च originate ਹੁੰਦੀ ਹੈ, but ਉਹ lake मानसरोवर नहीं है, वो lake है राक्षसताल, या इसी ਨੂੰ रकास लेक भी कह ਦਿੱਤਾ ਜਾਂਦਾ ਹੈ short form ਵਿੱਚ। ਰਾਕਸ਼ਸਤਾਲ ਔਰ ਮਾਨਸਰੋਵਰ, ਰਾਕਸ਼ਸਤਾਲ ਔਰ ਰਕਾਸ ਲੇਕ ਦੇ ਵਿੱਚੋਂ ਸਤਲੁਜ originate ਹੁੰਦੀ ਹੈ, ਤਾਂ ਪਹਿਲੀ ਸਟੇਟਮੈਂਟ ਗਲਤ ਹੈ। ਐਕਚੁਅਲੀ ਤਿੱਬਤ ਦੇ ਵਿੱਚ 2 ਲੇਕਸ ਨੇ, ਇੱਕ ਹੈ ਲੇਕ ਰਾਕਸ ਜਾਂ ਰਾਕਸ਼ਸਤਾਲ ਤੇ ਇੱਕ ਹੈ ਲੇਕ ਮਾਨਸਰੋਵਰ। ਮਾਨਸਰੋਵਰ ਲੇਕ ਦੇ ਈਸਟ ਵਾਲੇ ਪਾਸਿਓਂ ਬ੍ਰਹਮਪੁੱਤਰ ਰਿਵਰ ਨਿਕਲਦੀ ਹੈ ਜੋ ਕਿ ਇੰਡੀਆ ਦੇ ਵਿੱਚ ਈਸਟ ਵੱਲੋਂ ਐਂਟਰ ਕਰਦੀ ਹੈ, ਤੇ ਰਕਾਸ ਜਾਂ ਰਾਕਸ਼ਸਤਾਲ ਲੇਕ ਦੇ ਵਿੱਚੋਂ ਸਤਲੁਜ originate ਹੁੰਦੀ ਹੈ ਜੋ ਕਿ ਇਧਰੋਂ ਪੰਜਾਬ ਵੱਲੋਂ ਜਾਂ ਹਿਮਾਚਲ ਵਾਇਆ ਪੰਜਾਬ, ਵਾਇਆ ਹਿਮਾਚਲ ਪੰਜਾਬ ਦੇ ਵਿੱਚ ਐਂਟਰ ਹੁੰਦੀ ਹੈ। ਤਾਂ ਲੇਕ ਗਲਤ ਲਿਖੀ ਹੋਈ ਹੈ, ਸਟੇਟਮੈਂਟ ਗਲਤ ਹੋ ਜਾਏਗੀ। ਸੈਕੰਡ, it is the longest tributary of the Indus River and the easternmost of Punjab's 5 rivers. ਪੰਜਾਬ ਦੀਆਂ 5 ਨਦੀਆਂ ਨੇ, झेलम, ਚਨਾਬ, ਰਾਵੀ, ਬਿਆਸ, ਸਤਲੁਜ, ਜਿਹੜੀ ਵੀ 5 ਨਦੀਆਂ ਨਾਲ ਪੰਜਾਬ ਬਣਿਆ ਸੀ ਉਹਦੇ ਚੋਂ ਇਹ ਈਸਟਰਨ ਮੋਸਟ ਰਿਵਰ ਹੈ, correct. After merging with the Beas River in Punjab, it forms India-Pakistan border for 105 kilometers. ठीक है जी, बिल्कुल करेक्ट है। हरीके तो बाद ये थोड़ी देर लिए पंजाब का बॉर्डर बनाती है। The river historically flowed into Ghaggar Hakra, यानी कि सरस्वती रिवर बेसिन ਦੇ ਵਿੱਚ before tectonic shift diverted into Indus basin. Correct है। ਟੈਕਟੋਨਿਕ ਸ਼ਿਫਟ ਦੇ ਨਾਲ ਇਹ ਪਹਿਲਾਂ ਸਰਸਵਤੀ ਬੇਸਿਨ ਦੇ ਵਿੱਚ ਬਹਿੰਦੀ ਸੀ, ਪਰ ਹੁਣ ਇਹ ਇੰਡਸ ਬੇਸਿਨ ਵੱਲ ਸ਼ਿਫਟ ਹੋ ਗਈ। ਤਾਂ ਤਿੰਨੋਂ ਸਟੇਟਮੈਂਟ ਸੈਕੰਡ, ਥਰਡ, ਫੋਰਥ ਕਰੈਕਟ ਨੇ, ਤਾਂ ਬੀ ਇਹਦਾ ਆਨਸਰ ਹੋਣਾ ਚਾਹੀਦਾ ਹੈ। ਬੀ ਇਜ਼ ਦਾ ਕਰੈਕਟ ਆਨਸਰ, ਠੀਕ ਹੈ ਜੀ, ਬੀ ਇਜ਼ ਦਾ ਕਰੈਕਟ ਆਨਸਰ। ਕੰਸੀਡਰ ਦ ਫੋਲੋਇੰਗ ਰਿਵਰਸ and their confluence points in Punjab. Rivers and their confluence points ਇਹ ਕਿੱਥੇ ਜਾ ਕੇ ਮਿਲਦੀਆਂ ਨੇ? ਬਿਆਸ merges into Satluj near ਹਰੀਕੇ, ਬਿਲਕੁਲ ਠੀਕ ਹੈ, करेक्ट स्टेटमेंट आप दसनी है। रावी merges into Chenab, रावी merges into Chenab, ठीक है जी, in Indian Punjab, no, ਇੱਥੇ ਇਹ word ਜਿਹੜਾ ਹੈ ਗਲਤ ਹੋ ਜਾਂਦਾ ਹੈ। In Pakistani Punjab would have been
ਕਰੈਕਟ। ਤਾਂ ਰਾਵੀ ਜਾ ਕੇ ਚਨਾਬ ਦੇ ਵਿੱਚ ਮਿਲ ਜਾਂਦੀ ਹੈ, ਬਟ ਪਾਕਿਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਨਹੀਂ। ਘੱਗਰ flows into the Satluj. ਘੱਗਰ flows into the Satluj in southern Punjab. No. ਘੱਗਰ ਜਿਹੜੀ ਹੈ ਇਹ ਇਨਲੈਂਡ ਰਿਵਰ ਹੈ, ਇਨਲੈਂਡ ਡਰੇਨੇਜ ਹੈ। ਇਹ ਐਕਚੁਅਲੀ ਰਾਜਸਥਾਨ ਦੇ ਵਿੱਚ ਚਲੀ ਜਾਂਦੀ ਹੈ ਤੇ ਉੱਥੇ ਜਾ ਕੇ ਇਹ ਹਨੂਮਾਨਗੜ੍ਹ ਦੇ ਕੋਲ ਅਲੋਪ ਹੋ ਜਾਂਦੀ ਹੈ। ਬੇਸਿਕਲੀ ਇਟਸ ਇਨਲੈਂਡ ਡਰੇਨੇਜ ਜਾ ਕੇ ਕਿਸੇ ਵੀ ਨਦੀ ਦੇ ਵਿੱਚ ਨਹੀਂ ਮਿਲਦੀ। ਤਾਂ ਇਹਦੇ ਵਿੱਚੋਂ ਹਾਊ ਮੈਨੀ ਸਟੇਟਮੈਂਟਸ ਪੁੱਛਿਆ ਹੋਇਆ, ਸਿਰਫ ਇੱਕ ਹੀ ਸਟੇਟਮੈਂਟ ਕਰੈਕਟ ਹੋਏਗੀ, ਦੈਟ ਇਜ਼ ਦ ਫਸਟ। The term ਦੁਆਬਾ in Punjab refers to the land between which two rivers? ਵੈਸੇ ਤਾਂ ਦੁਆਬਾ ਇੱਕ ਜਨਰਲ ਵਰਡ ਹੈ। ਦੋ ਆਬ, ਦੋ ਆਬ, ਆਬ means water, ਪਰਸ਼ੀਅਨ ਲੈਂਗੁਏਜ ਦੇ ਵਿੱਚ ਦੋ means two। ਤਾਂ ਦੋ ਪਾਣੀਆਂ ਦੇ ਵਿੱਚ ਦੀ ਜ਼ਮੀਨ ਨੂੰ ਦੁਆਬ ਕਿਹਾ ਜਾਂਦਾ ਹੈ। ਜਿਵੇਂ ਪੰਜਾਬ 'ਚ ਕਾਫੀ ਸਾਰੇ ਦੁਆਬ ਨੇ, ਰਚਨਾ ਦੁਆਬ, ਬਿਸਤ ਦੁਆਬ, ਬਾਰੀ ਦੁਆਬ, ਅਲੱਗ-ਅਲੱਗ ਦੋ ਰਿਵਰਸ ਦੇ ਵਿੱਚ। ਲੇਕਿਨ ਪੰਜਾਬ 'ਚ ਰੀਜਨ ਵਾਈਜ਼ ਆਪਾਂ ਤਿੰਨ ਰੀਜਨਸ ਦੀ ਗੱਲ ਕਰਦੇ ਹਾਂ, ਮਾਝਾ, ਦੁਆਬਾ ਤੇ ਮਾਲਵਾ। ਇਹਦੇ ਵਿੱਚ ਜਿਹੜਾ ਰਾਵੀ, ਉਸ ਤੋਂ ਬਾਅਦ ਬਿਆਸ, ਉਸ ਤੋਂ ਬਾਅਦ ਸਤਲੁਜ। ਹੁਣ ਇਹਦੇ ਵਿੱਚ ਜਿਹੜਾ ਰਾਵੀ ਤੇ ਬਿਆਸ ਦੇ ਵਿੱਚ ਬਾਰੀ ਦੁਆਬ ਵਾਲਾ ਏਰੀਆ ਹੈ, ਇਹਨੂੰ ਆਪਾਂ ਕਹਿੰਦੇ ਹਾਂ ਮਾਝਾ। ਬਿਆਸ ਤੇ ਸਤਲੁਜ ਦੇ ਵਿੱਚ ਵਾਲੇ ਨੂੰ ਆਪਾਂ ਕਹਿੰਦੇ ਹਾਂ ਦੁਆਬਾ, ਤੇ ਸਤਲੁਜ ਤੋਂ ਹੇਠਾਂ ਵਾਲਾ ਸਾਰਾ ਜਿਹੜਾ ਏਰੀਆ ਉਹਨੂੰ ਆਪਾਂ ਕਹਿੰਦੇ ਹਾਂ ਮਾਲਵਾ। ਤਾਂ ਮਾਝਾ, ਦੁਆਬਾ, ਮਾਲਵਾ, ਦਿਸ ਇਜ਼ ਹਾਊ ਇਟ ਇਜ਼। ਤਾਂ ਇਹਦੇ 'ਚ ਜਿਹੜਾ ਦੁਆਬਾ ਹੈ ਇਹ ਹੈ ਬਿਆਸ ਤੇ ਸਤਲੁਜ ਦੇ ਵਿੱਚ ਵਾਲਾ ਏਰੀਆ, ਯਾਨੀ ਕਿ A should be the correct answer. Which of the following pairs are correctly matched? ਇਹ ਪੇਅਰਸ ਦਿੱਤੇ ਹੋਏ ਨੇ, ਇਹਨੂੰ ਆਪਾਂ ਕਿ ਦੱਸਣਾ ਕਿ ਕਿਹੜੇ ਕਿਹੜੇ ਕਰੈਕਟਲੀ ਮੈਚ ਨੇ। ਇਸ 'ਚ ਪੁੱਛਿਆ ਹੋਇਆ ਡਿਸਟ੍ਰਿਕਟ ਤੇ ਰਿਵਰ, ਯਾਨੀ ਕਿ ਕਿਹੜਾ ਡਿਸਟ੍ਰਿਕਟ ਕਿਹੜੀ ਰਿਵਰ ਦੇ ਨਾਲ ਵਸਿਆ ਹੋਇਆ ਹੈ। ਫਿਰੋਜ਼ਪੁਰ ਡਿਸਟ੍ਰਿਕਟ ਸਤਲੁਜ ਰਿਵਰ ਦੇ ਕਿਨਾਰੇ ਹੈ, ਬਿਲਕੁਲ ਠੀਕ ਹੈ ਜੀ। ਪਠਾਨਕੋਟ ਜਿਹੜਾ ਹੈ ਰਾਵੀ ਨਦੀ ਦੇ ਕਿਨਾਰੇ, ਬਿਲਕੁਲ ਠੀਕ ਹੈ। ਆਪਾਂ ਡਿਸਟ੍ਰਿਕਟ ਦੀ ਗੱਲ ਕਰ ਰਹੇ ਹਾਂ, ਸਿਟੀ ਦੀ ਨਹੀਂ। ਇਹ ਗੱਲ ਤੁਸੀਂ ਧਿਆਨ ਰੱਖਣੀ ਹੈ, ਇੱਥੇ ਕੀਵਰਡ ਇਜ਼ ਡਿਸਟ੍ਰਿਕਟ। ਤਾਂ ਹੋ ਸਕਦਾ ਹੈ ਕਈ ਵਾਰੀ ਕਿ ਜ਼ਿਲ੍ਹਾ ਬਹੁਤ ਵੱਡਾ ਹੁੰਦਾ ਹੈ, ਜ਼ਿਲ੍ਹੇ ਦੇ ਵਿੱਚ ਜਿਹੜਾ ਸ਼ਹਿਰ ਹੈ ਉਹ ਕਿਸੇ ਵੀ ਪਾਸੇ ਹੋ ਸਕਦਾ ਹੈ, ਵੈਸਟ ਵਾਲੀ ਸਾਈਡ ਹੋ ਸਕਦਾ ਹੈ, ਈਸਟ ਹੋ ਸਕਦਾ ਹੈ, ਨਾਰਥ ਹੋ ਸਕਦਾ ਹੈ, ਸੈਂਟਰ 'ਚ ਵੀ ਹੋ ਸਕਦਾ ਹੈ। ਬਟ ਜੇ ਇੱਥੇ ਸਿਟੀ ਲਿਖਿਆ ਹੋਏ ਤਾਂ ਇਹਦਾ ਆਨਸਰ ਕੁਝ ਹੋਰ ਹੋਏਗਾ। ਸਿਟੀ ਦੇ ਵਿੱਚ ਆਪਾਂ ਨੂੰ ਦੇਖਣਾ ਪਏਗਾ ਕਿ ਜਿਹੜਾ ਉਸ ਜ਼ਿਲ੍ਹੇ ਦੇ ਵਿੱਚੋਂ ਸ਼ਹਿਰ ਪ੍ਰੋਪਰ ਹੈ ਉਹਦੇ ਬਿਲਕੁਲ ਕਿਨਾਰੇ ਤੋਂ ਰਿਵਰ ਨਿਕਲ ਰਹੀ ਹੈ ਕਿ ਨਹੀਂ। ਪਰ ਜਦੋਂ ਡਿਸਟ੍ਰਿਕਟ ਲਿਖਿਆ ਹੋਇਆ ਹੈ ਤਾਂ ਤੁਸੀਂ ਪੂਰੇ ਡਿਸਟ੍ਰਿਕਟ ਦੀ ਜਿਹੜੀ ਬਾਉਂਡਰੀ ਹੈ ਮੈਪ ਦੇ ਉੱਤੇ ਉਹਨੂੰ ਕੰਸੀਡਰ ਕਰ ਸਕਦੇ ਹੋ। ਤਾਂ ਫਿਰੋਜ਼ਪੁਰ ਸਤਲੁਜ ਠੀਕ ਹੈ, ਪਠਾਨਕੋਟ ਰਾਵੀ ਦੇ ਕਿਨਾਰੇ ਹੈ, ਪਟਿਆਲਾ ਦੇ ਵਿੱਚੋਂ ਘੱਗਰ ਨਦੀ ਲੰਘਦੀ ਹੈ, ਕਰੈਕਟ। ਆਲ ਦਾ 3 ਆਰ ਕਰੈਕਟ ਐਕਚੁਅਲੀ। ਤਾਂ A1 B2 C3 ਤਿੰਨਾਂ ਦੇ ਸਾਹਮਣੇ ਜੋ ਵੀ ਲਿਖਿਆ ਹੋਇਆ ਉਹ ਬਿਲਕੁਲ ਕਰੈਕਟ ਲਿਖਿਆ ਹੋਇਆ ਹੈ। Question number 7. Consider the following statements about the wetlands of Punjab. ਤੇ ਇਹਦੇ ਚੋਂ ਦੱਸਣਾ ਕਿਹੜੀ ਕਿਹੜੀ ਸਟੇਟਮੈਂਟਸ ਕਰੈਕਟ ਨੇ। ਹਰੀਕੇ ਵੈਟਲੈਂਡ ਜਿੱਥੇ ਜਾ ਕੇ ਬਿਆਸ ਤੇ ਸਤਲੁਜ ਮਿਲਦੀਆਂ ਨੇ is a Ramsar site since 1990 and it is the largest wetland in Punjab and supports the only known population of the endangered Indus River dolphin in the state. Okay. ਦੂਜਾ ਹੈ ਕਾਂਜਲੀ wetland which is also a Ramsar site is fed solely by the Kali Behi River and is the only wetland in Punjab designated specifically for conserving the vulnerable Indian skipper. ਇਹ ਇੱਕ ਬੜਾ ਕਲਾਸਿਕ ਕੁਐਸਚਨ ਹੈ ਜਿਹਦੇ ਵਿੱਚ ਕੀਵਰਡਸ ਦੇ ਉੱਤੇ ਕੁਐਸਚਨ ਦਾ ਸਹੀ ਜਾਂ ਗਲਤ ਹੋਣਾ ਡਿਪੈਂਡ ਕਰਦਾ ਹੈ। ਤੁਸੀਂ ਵੈਸੇ ਵੀ ਸੁਣਿਆ ਹੋਏਗਾ ਕਿ ਜਿਹੜੀ ਸਵੀਪਿੰਗ ਸਟੇਟਮੈਂਟਸ ਹੈ ਉਹ ਜਨਰਲੀ ਗਲਤ ਹੁੰਦੀਆਂ। ਇਹ ਕੁਐਸਚਨ ਉਹਦੀ ਇੱਕ ਬਹੁਤ ਵਧੀਆ ਐਗਜ਼ਾਮਪਲ ਹੈ। ਦੇਖੋ ਇਹਦੇ 'ਚ ਕਿਹੜੇ ਕਿਹੜੇ ਵਰਡ ਸੀ ਜਿਹੜੇ ਤੁਸੀਂ ਪਿਕ ਕਰਨੇ ਸੀ। ਫਸਟ ਸਟੇਟਮੈਂਟ ਹੈ ਹਰੀਕੇ ਵੈਟਲੈਂਡ a Ramsar site since 1990, ਹਾਲਾਂਕਿ ਕਾਫੀ ਫੈਕਟ ਹੈਵੀ ਸਟੇਟਮੈਂਟ ਹੈ। is the largest wetland in Punjab and supports the only, so only is a extreme word, known population of the endangered Indus River dolphin in the state. Yes, it is a Ramsar site. Yes, it was established in 1990. Yes, it is the largest wetland. But, and yes, Indus River dolphin is found here, but it is not the only known population. ਕਿਉਂਕਿ ਬਿਆਸ ਦੇ ਵਿੱਚ ਵੀ ਇੰਡਸ ਰਿਵਰ ਡਾਲਫਿਨ ਮਿਲਦੀ ਹੈ। ਤਾਂ ਸਿਰਫ ਇਹ ਇੱਕ ਓਨਲੀ ਵਰਡ ਕਰਕੇ ਪੂਰੀ ਸਟੇਟਮੈਂਟ ਗਲਤ ਹੋ ਜਾਂਦੀ ਹੈ। That is how vigilant you have to be while reading the statements. Second, Kanjli wetland, also Ramsar site. ਇਹ ਵੀ ਠੀਕ ਹੈ। Fed solely by the Kali Behi River. Solely. So only, solely, same thing.
fed solely by the Kalibeg River. Yes, it is fed by the Kalibeg River, but not solely by the Kalibeg River. There are hundreds of rivulets, seasonal streams that flow into the Kanjli wetland. इस करके ये solely ਤਾਂ नहीं है, and is the only wetland in Punjab, एक और only है, only wetland in Punjab designated specifically for conserving the vulnerable Indian skimmer. No, ऐसा कुछ खास नहीं है, उत्थे इंडियन स्किमर मिलता है, बट सिर्फ यही वेटलैंड है जिथे इंडियन स्किमर मिलता है. नो, मेकिंग द स्टेटमेंट इनकरेक्ट. दोनों स्टेटमेंट्स इन्होंने पूछा करेक्ट, दैट मीन्स नाइदर वन नॉट टू डी ਇਹਦਾ आंसर होना चाहिए है. राइट, सो बी वेरी केयरफुल वाइल यू रीडिंग द स्टेटमेंट्स. एक एक वर्ड इतना ज़्यादा इंपॉर्टेंट है. ओनली, solely, largest, smallest, always, never, ਇਹ ਇਦਾਂ ਦੇ ਵਰਡਸ ਨੇ ਜਿਹਨੂੰ ਆਪਾਂ ਸਵੀਪਿੰਗ ਸਟੇਟਮੈਂਟਸ ਗਿਣਦੇ ਆ. ਤੇ ਇੱਥੇ ਐਸਾ ਜ਼ਰੂਰੀ ਨਹੀਂ ਕਿ ਹਮੇਸ਼ਾ ਹੀ ਗਲਤ ਹੋਣਗੇ. ਐਵੇਂ ਨਹੀਂ ਕਿ ਤੁਸੀਂ ਸਟੇਟਮੈਂਟ ਦੇ ਵਿੱਚ ਲੱਭਣ ਲੱਗ ਜਾਓਗੇ ਕਿ ਕਿੱਥੇ ਓਨਲੀ ਲਿਖਿਆ ਹੈ ਤੇ ਕਿੱਥੇ ਸੋਲਲੀ ਲਿਖਿਆ ਹੈ ਤੇ ਉਹ ਤਾਂ ਪੂਰੀ ਸਟੇਟਮੈਂਟ ਗਲਤ ਹੀ ਹੋਏਗੀ. ਨਾਟ ਨੈਸੈਸਰੀਲੀ. ਜਿਵੇਂ ਮੰਨ ਲਓ ਸਟੇਟਮੈਂਟ ਹੋਏ ਕਿ ਪਠਾਨਕੋਟ ਇਜ਼ ਦੀ ਓਨਲੀ ਡਿਸਟ੍ਰਿਕਟ ਆਫ ਪੰਜਾਬ that shares its boundary both with Pakistan as well as Himachal Pradesh. ਤਾਂ ਇਨਫੈਕਟ ਇੱਥੇ ਓਨਲੀ ਹੈ, ਪਰ ਫਿਰ ਵੀ ਇਹ ਸਟੇਟਮੈਂਟ ਕਰੈਕਟ ਹੈ, ਬਿਕੋਜ਼ ਯੈਸ ਇਟ ਇਜ਼ ਦੀ ਓਨਲੀ ਡਿਸਟ੍ਰਿਕਟ. ਰਾਈਟ, ਸਿਮਿਲਰਲੀ ਤੁਹਾਨੂੰ ਪੁੱਛਿਆ ਜਾਵੇ ਕਿ ਜੀ ਮੁਕਤਸਰ ਸਾਹਿਬ ਇਜ਼ ਦੀ ਓਨਲੀ ਡਿਸਟ੍ਰਿਕਟ ਆਫ ਪੰਜਾਬ that shares its boundary both with Rajasthan and Haryana. It is correct. ਜਿਵੇਂ ਤੁਹਾਨੂੰ ਜਿੱਥੇ ਮੈਪ ਦਿਖਾਵਾਂ. So let's say question ਆ ਜਾਏ ਤੁਹਾਨੂੰ ਤਾਂ ਮੁਕਤਸਰ ਸਾਹਿਬ is the only district of Punjab that shares its boundary both with Rajasthan and Haryana. Correct. There is no other district of Punjab that has this distinction. ਤਾਂ only word ਹਮੇਸ਼ਾ ਵੀ ਗਲਤ ਨਹੀਂ ਹੈ, ਬਟ ਜਿੱਥੇ ਵੀ ਇਹ words ਆ ਜਾਣ ਤਾਂ ਤੁਹਾਡਾ ਉੱਥੇ ਇੱਕ ਛੋਟਾ ਜਿਹਾ ਸਪੀਡ ਬ੍ਰੇਕਰ ਲੱਗ ਜਾਣਾ ਚਾਹੀਦਾ, and you should question whether that's the case or not. Be very careful. Next question, which of the following districts of Punjab share the border with Pakistan? सब तो ऊपर पठानकोट, then Gurdaspur, then Amritsar, then Taran, then Firozpur, and then Fazilka. ਇਹ 6 districts ਨੇ ਜਿਹੜੇ ਪਾਕਿਸਤਾਨ ਨਾਲ ਬਾਉਂਡਰੀ ਸ਼ੇਅਰ ਕਰਦੇ ਨੇ. ਲੈਟਸ ਸੀ, ਅੰਮ੍ਰਿਤਸਰ, ਯੈਸ. ਫਿਰੋਜ਼ਪੁਰ, ਯੈਸ. ਫਰੀਦਕੋਟ, नो. ਗੁਰਦਾਸਪੁਰ, ਯੈਸ. ਤਾਂ ਆਨਸਰ ਹੋਣਾ ਚਾਹੀਦਾ ਹੈ 1, 2 and 4. B should be the correct answer. ਹੁਣ ਇਹਦੇ 'ਚ ਕੀ ਹੈ ਕਿ ਜੇ ਤੁਸੀਂ ਇਹਦੇ ਇਨੀਸ਼ੀਅਲਸ ਯਾਦ ਕੀਤੇ ਹੋਣਗੇ ਜੀ, P, G, A, T, F, F, ਤਾਂ ਤੁਹਾਨੂੰ ਲੱਗੇਗਾ ਕਿ 2 ਡਿਸਟ੍ਰਿਕਟਸ ਨੇ F ਤੋਂ ਜਿਹੜੇ ਕਿ ਪਾਕਿਸਤਾਨ ਨੂੰ ਬਾਉਂਡਰੀ ਸ਼ੇਅਰ ਕਰਦੇ ਆ. ਨਾਓ ਯੂ ਮੇ ਐਂਡ ਅਪ ਕਰੈਕਟਿੰਗ ਫਰੀਦਕੋਟ ਐਜ਼ ਵੈਲ, ਬਿਕੋਜ਼ ਇਹ ਵੀ ਤਾਂ F ਤੋਂ ਹੈ. So that is how the examiner, basically me, tries to exploit your lack of knowledge or your gaps in knowledge. ਤਾਂ ਤੁਸੀਂ ਉਹ ਨਹੀਂ ਹੋਣ ਦੇਣਾ. You should be very specific ਕਿ ਜੇ ਫਜ਼ਿਲਕਾ ਤੇ ਫਿਰੋਜ਼ਪੁਰ ਨੇ ਜਿਹੜੀ ਬਾਉਂਡਰੀ ਲੱਗਦੀ ਹੈ, ਫਰੀਦਕੋਟ ਦੀ ਨਹੀਂ ਲੱਗਦੀ. ਠੀਕ ਹੈ ਜੀ, ਫਰੀਦਕੋਟ is although very close, but ਇਹਦੀ ਬਾਉਂਡਰੀ ਟੱਚ ਨਹੀਂ ਹੁੰਦੀ ਪਾਕਿਸਤਾਨ ਨਾਲ. So Pathankot is there, Gurdaspur, Amritsar, Taran, Firozpur and Fazilka. Same you should know about the district sharing boundary with Rajasthan, with Haryana, with Himachal Pradesh and with Jammu and Kashmir. Right? Which of the following districts is a part of the Malwa region? ਜਿਹੜਾ ਸਾਊਥ ਹੈ ਇਹ ਪੂਰਾ ਹੀ ਮਾਲਵਾ ਹੈ. This entirely is Malwa. ਤੇ ਇਹ 'ਚੋਂ ਕਿਹੜੇ-ਕਿਹੜੇ ਡਿਸਟ੍ਰਿਕਟ ਨੇ ਜਿਹੜੇ ਮਾਲਵਾ ਰੀਜਨ ਦੇ ਵਿੱਚ ਆਉਂਦੇ ਨੇ? ਮੋਗਾ, ਯੈਸ. ਸੰਗਰੂਰ, ਯੈਸ. ਗੁਰਦਾਸਪੁਰ, no. So Gurdaspur is in Majha. Muktsar, yes. ਤਾਂ ਮੋਗਾ, ਸੰਗਰੂਰ ਤੇ ਮੁਕਤਸਰ. Moga, Sangrur and Muktsar. All these 3 are in Malwa. But Gurdaspur is here. It is in Majha. ਤਾਂ ਇਹਦਾ ਆਨਸਰ ਹੋਣਾ ਚਾਹੀਦਾ ਹੈ 1, 2 and 4 only. B should be the answer. Totally map based question ਹੈ, ਇਹਦੇ 'ਚ ਕੋਈ ਚੀਜ਼ ਸਮਝਾਉਣ ਵਾਲੀ ਨਹੀਂ ਹੈ. ਸੋ ਯੂ ਸ਼ੁੱਡ ਨੋ ਬਾਈ ਨਾਓ ਕਿ ਕਿੰਨਾ ਇੰਪੋਰਟੈਂਟ ਕੁਐਸਚਨ ਬਣ ਸਕਦਾ ਹੈ ਮੈਪ ਦੇ ਉੱਤੇ. ਸਿਰਫ ਪੋਲੀਟੀਕਲ ਮੈਪ ਦੇ ਉੱਤੇ ਕਿੰਨਾ ਇੰਪੋਰਟੈਂਟ ਕੁਐਸਚਨ ਬਣਾਇਆ ਜਾ ਸਕਦਾ, ਜੋ ਕਿ ਟੋਟਲੀ ਤੁਹਾਡੀ ਰੀਚ ਦੇ ਵਿੱਚ ਹੈ. ਨੈਕਸਟ ਐਜ਼ਰਸ਼ਨ ਐਂਡ ਰੀਜ਼ਨ ਬੇਸਡ ਕੁਐਸਚਨ ਦੇਖਦੇ ਹਾਂ. ਐਜ਼ਰਸ਼ਨ ਇਹ ਹੈ ਕਿ the water table in Punjab has risen significantly due to heavy rainfall. I think this is a very common knowledge
ਕਿ ਪੰਜਾਬ ਦੇ ਵਿੱਚ ਵਾਟਰ ਟੇਬਲ ਡਿਪਲੀਟ ਹੀ ਹੋ ਰਿਹਾ ਕਈ ਸਾਲਾਂ ਤੋਂ। ਇਨਫੈਕਟ ਇੰਨਾ ਜ਼ਿਆਦਾ ਡਿਪਲੀਟ ਹੋ ਰਿਹਾ ਕਿ more than 50% of the blocks have been declared red zones from groundwater perspective। ਤਾਂ ਇਹ ਕਹਿਣਾ ਕਿ ਪੰਜਾਬ ਦੇ ਵਿੱਚ has risen significantly is absolutely out of the question। ਰੀਜ਼ਨ ਕੀ ਹੈ ਇਹਦਾ ਕਿ ਜੀ ਕਿੰਨਾ ਕੁ ਵੱਧ ਗਿਆ ਹੋਇਆ ਹੈ? ਪੰਜਾਬ ਰਿਸੀਵਸ ਓਵਰ 1000 ਮਿਲੀਮੀਟਰਸ ਔਰ ਲੈਟਸ ਸੇ 100 ਸੈਂਟੀਮੀਟਰਸ ਆਫ ਐਵਰੇਜ ਐਨੂਅਲ ਰੇਨਫਾਲ। ਪੰਜਾਬ ਦੇ ਵਿੱਚ ਐਵਰੇਜ ਐਨੂਅਲ ਰੇਨਫਾਲ ਜਿਹੜੀ ਹੈ ਉਹ 600 ਤੋਂ ਲੈ ਕੇ 700 mm ਦੇ ਵਿੱਚ ਹੁੰਦੀ ਹੈ। ਰਫਲੀ 650 mm ਦੇ ਆਸ-ਪਾਸ ਆਪਾਂ ਮੀਨ ਇਹਦਾ 650 ਜਾਂ 660 ਦੇ ਆਸ-ਪਾਸ ਇਹਦਾ ਮੀਨ ਕੱਢਦੇ ਹਾਂ। ਤਾਂ 1000 mm that is not correct। ਉਹ ਵੈਸੇ ਵੀ ਕਰੈਕਟ ਨਹੀਂ ਸੀਗਾ। ਠੀਕ ਹੈ ਜੀ। ਸੋ both A and R are false। D ਇਹਦਾ ਆਨਸਰ ਹੋਣਾ ਚਾਹੀਦਾ ਹੈ। D is the answer, right? That is all about Punjab geography। I hope not only ਇਹ information ਤੁਹਾਨੂੰ ਫਾਇਦਾ ਦੇਗੀ, in fact the way how to attempt the paper is also very very important। ਕਈ ਕੇਸਿਸ ਦੇ ਵਿੱਚ ਮੈਂ ਇਦਾਂ ਦੇਖਿਆ ਕਿ ਸਟੂਡੈਂਟ ਨੂੰ ਪੂਰੀ ਨੌਲੇਜ ਸੀ ਬਟ ਉਹ ਕੁਐਸਚਨ ਅਟੈਂਪਟ ਕਰਨ ਲੱਗੇ ਕਨਫਿਊਜ਼ ਹੋ ਗਏ ਕਿ ਮੈਂ ਪਤਾ ਨਹੀਂ ਇਹ ਸਟੇਟਮੈਂਟ ਸਹੀ ਕੀਤੀ ਸੀ ਗਲਤ ਕੀਤੀ ਸੀ। ਤਾਂ always have that tick mark, cross and round methodology of attempting the paper, number one। secondly ਉਹ ਵਾਲੇ ਕੁਐਸਚਨਸ ਜਿਸ ਤੁਹਾਨੂੰ ਦੇਖ ਕੇ ਹੀ ਤੁਸੀਂ ਗਿਵ ਅਪ ਕਰ ਦਿੰਦੇ ਹੋ ਕਿ ਜੀ ਨਹੀਂ ਇਹ ਵਾਲਾ ਕੁਐਸਚਨ ਤਾਂ ਸਾਨੂੰ ਆਂਦਾ ਹੀ ਨਹੀਂ ਹੋ ਸਕਦਾ। ਅਸੀਂ ਤਾਂ ਕੈਨਾਲਸ ਦਾ ਪੜ੍ਹਿਆ ਹੀ ਨਹੀਂ ਕੁਛ ਬਟ ਤੁਸੀਂ ਰਿਵਰਸ ਦਾ ਤਾਂ ਪੜ੍ਹਿਆ ਬਟ ਤੁਸੀਂ ਥੋੜਾ ਜਿਹਾ ਮੈਪ ਤਾਂ ਦੇਖਿਆ ਹੋਇਆ ਸੋ ਕਾਂਟ ਯੂ ਇਵਨ ਜਸਟ ਟਰਾਈ ਟੂ ਮੇਕ ਇਟ ਹੈਪਨ। ਤੇ ਪੀਸੀਐਸ ਦੇ ਵਿੱਚ ਹੀ ਕਿਹਾ ਜਾ ਸਕਦਾ ਹੈ ਕਿਸੇ ਹੋਰ ਐਗਜ਼ਾਮ ਦੇ ਵਿੱਚ ਨਹੀਂ ਬਿਕੋਜ਼ ਜਿੱਥੇ ਨੈਗੇਟਿਵ ਮਾਰਕਿੰਗ ਹੈ ਉੱਥੇ ਤੁਸੀਂ ਇੰਨੇ ਕੇਸਿਸ ਨਹੀਂ ਲੈ ਸਕਦੇ ਬਟ ਹੇਅਰ in any case you have to answer all the questions, so better take your chance। That is all। Thank you and take care।